ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਗੱਲ ਕਰਾਂਗੇ। ਉਹਨਾਂ ਦੇ ਜੀਵਨ ਦੇ ਵਿੱਚ ਹੋਈਆਂ ਥੋੜੀਆਂ ਬਹੁਤ ਘਟਨਾਵਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਸਿੱਖ ਸਕੀਏ। ਸੋ ਇਹ ਜਿਹੜੀ ਵੀਡੀਓ ਆ ਇਹ ਐਜੂਕੇਸ਼ਨਲ ਵੀਡੀਓ ਆ। ਐਜੂਕੇਸ਼ਨਲ ਵੀਡੀਓ ਜਿਹੜੇ ਤਿਆਰੀ ਕਰਦੇ ਨੇ ਪੇਪਰਾਂ ਦੀ ਉਹਨਾਂ ਵਾਸਤੇ ਵੀ ਆ ਤੇ ਜਿਹੜੇ ਬੱਚੇ ਜਾਂ ਸਾਡੇ ਜਿਹੜੇ ਬਜ਼ੁਰਗ ਨੇ ਵੱਡੇ ਨੇ ਉਹਨਾਂ ਵਾਸਤੇ ਵੀ ਆ, ਉਹ ਵੀ ਸੁਣ ਸਕਦੇ ਨੇ ਇਹਨੂੰ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜਿਹੜਾ ਹੈ ਉਹ ਕਿਵੇਂ ਬੀਤਿਆ ਆ। ਸੋ ਅਸੀਂ ਸ਼ੁਰੂ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਅਸੀਂ ਕੁਝ ਨਾ ਕੁਝ ਸਿੱਖ ਸਕੀਏ। ਸੋ ਇਹ ਜਿਹੜਾ ਸਾਲ ਆ ਇਹ ਵੀ ਗੁਰੂ ਤੇਗ ਬਹਾਦਰ ਜੀ ਨੂੰ ਹੀ ਸਮਰਪਿਤ ਆ। ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ। ਇੱਕ ਪ੍ਰਾਈਮ ਮਿਨਿਸਟਰ ਲੈਵਲ ਦੀ ਜਿਹੜੀ ਆ ਉਹ ਕਮੇਟੀ ਬਣੀ ਹੈ ਜਿਹਦੇ ਵਿੱਚ 60 ਤੋਂ 70 ਜਿਹੜੇ ਨੇ ਮੈਂਬਰ ਨੇ। ਉਹਦੀ ਵੀ ਮੀਟਿੰਗ ਹੋਈ ਆ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਮਨਾਇਆ ਆ ਉਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਿਹੜਾ ਆ ਉਹ ਧੂਮਧਾਮ ਨਾਲ ਮਨਾਇਆ ਜਾ ਸਕੇ। ਸੋ ਉਹਦੀ ਇੱਕ ਕਮੇਟੀ ਬਣੀ ਹੈ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਚੇਅਰਮੈਨ ਨੇ। ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਵੇਂ ਸਰਦਾਰ ਮਨਮੋਹਨ ਸਿੰਘ ਵੀ ਇਸੇ ਕਮੇਟੀ ਦੇ ਵਿੱਚ ਨੇ। ਜਿਹੜੇ ਸੀਐਮ ਨੇ ਬਹੁਤ ਸਾਰੇ ਸੂਬਿਆਂ ਦੇ ਉਹ ਵੀ ਇਸ ਕਮੇਟੀ ਦੇ ਵਿੱਚ ਨੇ। ਜਿਨ੍ਹਾਂ ਸੂਬਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਹਾੜਾ ਆ ਮਨਾਇਆ ਜਾਣਾ ਹੈ ਸੋ ਉਹਨਾਂ ਸਾਰਿਆਂ ਸੂਬਿਆਂ ਦੇ ਸੀਐਮਸ ਵੀ ਨੇ। ਸੋ ਇੱਕ ਹਾਈ ਲੈਵਲ ਕਮੇਟੀ ਬਣੀ ਹੈ ਜਿਹੜੀ ਕਿ ਮੈਨੇਜ ਕਰ ਰਹੀ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਿਹੜਾ ਆ ਉਹਨੂੰ ਧੂਮਧਾਮ ਨਾਲ ਮਨਾਇਆ ਜਾ ਸਕੇ। ਸੋ ਅਸੀਂ ਵਾਪਸ ਆਉਨੇ ਹਾਂ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ। ਸੋ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜਨਮ ਆ ਇਹ ਅੰਮ੍ਰਿਤਸਰ ਵਿਖੇ ਹੋਇਆ ਹੈ। ਅੰਮ੍ਰਿਤਸਰ ਵਿਖੇ ਜਿਹੜੀ ਜਗ੍ਹਾ ਦੇ ਉੱਪਰ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਇਸ਼ ਰਹੀ ਹੈ ਉਸੇ ਜਗ੍ਹਾ ਤੇ ਹੀ ਇਹਨਾਂ ਦਾ ਜਨਮ ਹੋਇਆ ਹੈ। ਸੋ ਉਸ ਜਗ੍ਹਾ ਨੂੰ ਜਿਹੜਾ ਹੈ ਗੁਰੂ ਕੇ ਮਹਿਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਇਹਨਾਂ ਦਾ ਜਿਹੜਾ ਜਨਮ ਆ 1 ਅਪ੍ਰੈਲ 1621 ਨੂੰ ਹੋਇਆ। ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ ਜਿਹੜੇ ਆ ਉਹ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਟੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5ਵੀਂ ਸੰਤਾਨ ਆ। 4 ਬੇਟੇ ਤੇ 1 ਬੇਟੀ ਜਿਹੜੀ ਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸੀ, ਜਿਨ੍ਹਾਂ ਦੇ ਵਿੱਚ ਨੇ ਬਾਬਾ ਅਟਲ ਰਾਏ ਜੀ, ਅੰਨੀ ਰਾਏ ਜੀ, ਸੂਰਜਮਲ ਜੀ, ਬਾਬਾ ਗੁਰਦਿੱਤਾ ਜੀ ਤੇ ਬੀਬੀ ਵੀਰੋ ਜੀ। ਸੋ ਇਹਨਾਂ ਦਾ ਜਿਹੜਾ ਜਨਮ ਦਾ ਨਾਮ ਆ ਉਹ ਸੀ ਤਿਆਗਮਲ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੁੰਦਾ ਆ ਉਸ ਟਾਈਮ ਦੇ ਉੱਪਰ ਸ਼੍ਰੀ ਗੁਰੂ ਹਰਗੋਬਿੰਦ ਜੀ ਹਰਮੰਦਰ ਸਾਹਿਬ ਦੇ ਵਿੱਚ ਹੁੰਦੇ ਨੇ। ਉੱਥੇ ਹੀ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਆਪ ਜੀ ਦੇ ਘਰ ਸੁਪੁੱਤਰ ਦਾ ਜਨਮ ਹੋਇਆ। ਸੋ ਉੱਥੋਂ ਹੀ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਲੈ ਕੇ ਆਪਣੇ ਘਰ ਜਾਂਦੇ ਨੇ ਤੇ ਘਰ ਜਾ ਕੇ ਬੱਚੇ ਨੂੰ ਆਸ਼ੀਰਵਾਦ ਦਿੰਦੇ ਨੇ। ਸੋ ਉੱਥੇ ਹੀ ਬਾਬਾ ਬੁੱਢਾ ਜੀ ਵੀ ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਤੇ ਭਵਿੱਖਬਾਣੀ ਕਰਦੇ ਨੇ ਕਿ ਇਹ ਜਿਹੜੀ ਸੰਤਾਨ ਆ ਇਹ ਮਨੁੱਖਤਾ ਦੀ ਸੇਵਾ ਕਰੇਗੀ ਤੇ ਮਨੁੱਖਤਾ ਨੂੰ ਬਚਾਏਗੀ। ਜਦੋਂ ਗੁਰੂ ਤੇਗ ਬਹਾਦਰ ਜੀ 5 ਸਾਲ ਦੇ ਹੋਏ ਤਾਂ ਉਹਨਾਂ ਨੂੰ ਬਾਬਾ ਬੁੱਢਾ ਜੀ ਪਾਸ ਧਾਰਮਿਕ ਵਿੱਦਿਆ ਲੈਣ ਵਾਸਤੇ ਭੇਜਿਆ ਗਿਆ। ਸੋ ਧਾਰਮਿਕ ਵਿੱਦਿਆ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਵਿੱਦਿਆ ਨੂੰ ਵੀ ਜਿਹੜਾ ਆ ਉਹ ਇੰਪੋਰਟੈਂਸ ਦਿੰਦੇ ਸੀ। ਉਹਨਾਂ ਨੇ ਹੀ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਸੀ ਜਿਹੜੀਆਂ ਕਿ ਮਿਲਟਰੀ ਟ੍ਰੇਨਿੰਗ ਨੂੰ ਵੀ ਸਿੰਬਲਾਈਜ਼ ਕਰਦੀਆਂ ਸੀ। ਸੋ ਇਸੇ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਟਰੀ ਟ੍ਰੇਨਿੰਗ ਲੈਣ ਵਾਸਤੇ ਵੀ ਭੇਜਿਆ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਤਲਵਾਰ ਦੇ ਨਾਲ ਤੇਗ ਦੇ ਨਾਲ ਜਿਹੜੇ ਆ ਜ਼ੋਰ ਦਿਖਾਏ ਤਾਂ ਇਹਨਾਂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਗ ਬਹਾਦਰ ਰੱਖ ਦਿੱਤਾ। ਜੇਕਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੁਭਾਅ ਦੀ ਗੱਲ ਕਰੀਏ ਤਾਂ ਇਹਨਾਂ ਦਾ ਸੁਭਾਅ ਬਹੁਤ ਹੀ ਆਈਸੋਲੇਟਡ ਸੀ, ਬਹੁਤ ਹੀ ਰਿਜ਼ਰਵ ਰਹਿਣ ਵਾਲੇ ਸੀ। ਸੋ ਆਪਣੇ ਆਪ ਦੇ ਵਿੱਚ ਹੀ ਮੈਡੀਟੇਸ਼ਨ ਦੇ ਵਿੱਚ ਹੀ ਲੀਨ ਰਹਿੰਦੇ ਸੀ। ਸੋ ਇਹਨਾਂ ਦੇ ਜਿਹੜੇ ਰਿਜ਼ਰਵ ਰਹਿਣ ਦਾ ਕਰੈਕਟਰ ਆ ਉਹ ਇੱਥੋਂ ਹੀ ਜਾਣਿਆ ਜਾਂਦਾ ਹੈ ਕਿ ਜਦੋਂ ਇਹਨਾਂ ਦੇ ਵੱਡੇ ਭਰਾ ਸੀ ਜਿਹੜੇ ਅੰਨੀ ਰਾਏ ਜੀ ਉਹ ਅਕਾਲ ਚਲਾਣਾ ਕਰ ਗਏ ਤਾਂ ਇਹਨਾਂ ਨੂੰ ਬਹੁਤ ਦੁੱਖ ਲੱਗਾ। ਬਟ ਇਹਨਾਂ ਨੇ ਜਿਹੜਾ ਆਪਣਾ ਦੁੱਖ ਆ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ। ਇਹ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਸੀ, ਆਪਣੇ ਆਪ ਦੇ ਨਾਲ ਹੀ ਇਕੱਲੇ ਰਹਿਣਾ ਇਹਨਾਂ ਨੂੰ ਜ਼ਿਆਦਾ ਪਸੰਦ ਸੀ। ਜਦੋਂ ਗੁਰੂ ਤੇਗ ਬਹਾਦਰ ਜੀ 13 ਵਰਿਆਂ ਦੇ ਹੋਏ ਤਾਂ ਇਹਨਾਂ ਦਾ ਵਿਆਹ ਜਿਹੜਾ ਆ ਮਾਤਾ ਗੁਜਰੀ ਜੀ ਨਾਲ ਹੋਇਆ। ਮਾਤਾ ਗੁਜਰੀ ਜੀ ਸੁਪੁੱਤਰੀ ਸਨ ਭਾਈ ਲਾਲ ਚੰਦ ਤੇ ਬਿਸ਼ਨ ਕੌਰ ਜੀ ਦੇ, ਜਿਹੜੇ ਕਿ ਕਰਤਾਰਪੁਰ ਦੇ ਵਸਨੀਕ ਸਨ। ਇਸ ਟਾਈਮ ਦੇ ਉੱਪਰ ਇਹਨਾਂ ਦੇ ਜਿਹੜੇ ਕੰਟੈਂਪਰੇਰੀ ਸੀ ਮੁਗਲ ਜਿਹੜੇ ਬਾਦਸ਼ਾਹ ਸੀ ਉਹ ਸੀ ਸ਼ਾਹਜਹਾਨ। ਸ਼ਾਹਜਹਾਨ ਦੀ ਜਿਹੜੀ ਮੁਗਲ ਆਰਮੀ ਹੈ, ਮੁਗਲ ਫੌਜ ਸੀ, ਉਹਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੌਜ ਨੇ 2 ਵਾਰੀ ਜਿਹੜਾ ਆ ਹਾਰ ਦਾ ਸਾਹਮਣਾ ਕਰਵਾਇਆ ਸੀ। ਉਸ ਤੋਂ ਬਾਅਦ ਵੀ ਜਿਹੜੀ ਮੁਗਲ ਫੌਜ ਆ ਉਹ ਇਹਨਾਂ ਤੇ ਹਮਲੇ ਕਰਦੀ ਰਹਿੰਦੀ ਸੀ। ਇੱਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਐਕਸ ਜਨਰਲ ਸੀ ਪੈਂਡੇ ਖਾਂ। ਪੈਂਡੇ ਖਾਂ ਜਿਹੜਾ ਆ ਉਹ ਐਮਪਰਰ ਸ਼ਾਹਜਹਾਨ ਦੇ ਨਾਲ ਰਲ ਗਿਆ ਤੇ ਸ਼ਾਹਜਹਾਨ ਨੂੰ ਉਕਸਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਉੱਪਰ ਕਰਤਾਰਪੁਰ ਸਾਹਿਬ ਦੇ ਵਿੱਚ ਹਮਲਾ ਕਰਵਾ ਦਿੱਤਾ। ਸੋ ਇਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਤੇ ਬਾਬਾ ਗੁਰਦਿੱਤਾ ਜੀ ਦੋਵੇਂ ਹੀ ਇਸ ਜੰਗ ਦੇ ਵਿੱਚ ਲੜੇ ਸੀ। ਸੋ ਇਹ ਇਹਨਾਂ ਦੀ ਜਿਹੜੀ ਆ ਪਹਿਲੀ ਜੰਗ ਸੀ ਜਿਹੜੀ ਕਿ ਇਹਨਾਂ ਨੇ ਮੁਗਲ ਫੌਜ ਦੇ ਨਾਲ ਲੜੀ ਸੀ। ਸੋ ਮਾਤਾ ਨਾਨਕੀ ਸੀ ਜਿਹੜੇ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਸੀ, ਉਹ ਵੀ ਇਸ ਜੰਗ ਨੂੰ ਦੇਖ ਰਹੇ ਸੀ। ਉਹਨਾਂ ਨੇ ਵੀ ਬਹੁਤ ਫਖਰ ਮਹਿਸੂਸ ਕੀਤਾ ਕਿ ਮੇਰੇ ਜਿਹੜੇ ਬੇਟੇ ਨੇ ਉਹ ਜੰਗ ਦੇ ਵਿੱਚ ਲੜ ਰਹੇ ਨੇ ਤੇ ਇੱਥੇ ਵੀ ਮੁਗਲ ਜਿਹੜੀ ਫੌਜ ਆ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਸਾਲ 1638 ਜਿਹੜਾ ਸੀ ਇਹਨਾਂ ਵਾਸਤੇ ਬਹੁਤ ਹੀ ਦੁਖਦਾਈ ਰਿਹਾ, ਜਿਹਦੇ ਵਿੱਚ ਇਹਨਾਂ ਦੇ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ। ਇਹਨਾਂ ਦੇ ਨਾਲ ਹੀ ਭਾਈ ਬਿਧੀ ਚੰਦ ਜੀ, ਝੋਲੀ ਮੱਲ ਜੀ, ਬਾਬਕ ਸੀ ਜਿਹੜੇ ਰਬਾਬ ਵਜਾਉਂਦੇ ਸੀ
ਤੇ ਮਾਤਾ ਮਰਵਾਹੀ ਜੀ ਦਾ ਵੀ ਅਕਾਲ ਚਲਾਣਾ ਹੋ ਗਿਆ। ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਨਿਰਾਸ਼ ਰਹਿਣ ਲੱਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਸਭਾ ਬੁਲਾਈ ਜਿਹਦੇ ਵਿੱਚ ਉਹਨਾਂ ਨੇ ਘੋਸ਼ਿਤ ਕਰਨਾ ਸੀ ਕਿ ਗੱਦੀ ਦਾ ਜਿਹੜਾ ਅਗਲਾ ਵਾਰਿਸ ਆ ਉਹ ਕੌਣ ਹੋਏਗਾ। ਸੋ ਇੱਥੇ ਬਾਬਾ ਗੁਰਦਿੱਤਾ ਜੀ ਦੇ ਦੋ ਬੇਟੇ ਸਨ, ਇੱਕ ਧੀਰਮਲ ਤੇ ਗੁਰੂ ਹਰ ਰਾਏ ਜੀ। ਸੋ ਧੀਰਮਲ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਓਰੀਜਨਲ ਜਿਹੜੀ ਕਾਪੀ ਆ ਉਹ ਮੌਜੂਦ ਸੀ। ਸੋ ਉਹਨੇ ਆਪਣੇ ਆਪ ਨੂੰ ਆਪੇ ਹੀ ਗੁਰੂ ਘੋਸ਼ਿਤ ਕਰ ਦਿੱਤਾ। ਸੋ ਇੱਥੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤਾਂ ਉਹਨਾਂ ਨੇ ਗੁਰੂ ਹਰ ਰਾਏ ਸਾਹਿਬ ਨੂੰ ਗੁਰਗੱਦੀ ਦਾ ਜਿਹੜਾ ਵਾਰਿਸ ਹੈ ਉਹ ਘੋਸ਼ਿਤ ਕੀਤਾ। ਸੋ ਜਦੋਂ ਇਹ ਖਬਰ ਜਿਹੜੀ ਹੈ ਮਾਤਾ ਨਾਨਕੀ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪੁੱਛਿਆ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਅਗਲਾ ਵਾਰਿਸ ਕਿਉਂ ਨਹੀਂ ਘੋਸ਼ਿਤ ਕੀਤਾ। ਤਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਅਜੇ ਗੱਦੀ ਤੇ ਬਹਿਣ ਦਾ ਜਿਹੜਾ ਸਮਾਂ ਆ ਉਹ ਅਜੇ ਨਹੀਂ ਆਇਆ। ਇਸ ਤੋਂ ਬਾਅਦ 1644 ਈਸਵੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਉਸ ਤੋਂ ਕੁਝ ਸਮਾਂ ਬਾਅਦ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਬਾਬਾ ਬਕਾਲਾ ਵਿਖੇ ਚਲੇ ਜਾਂਦੇ ਨੇ, ਜਿੱਥੇ ਕਿ ਗੁਰੂ ਤੇਗ ਬਹਾਦਰ ਜੀ ਦਾ ਕਾਫੀ ਸਮਾਂ ਜਿਹੜਾ ਆ ਉਹ ਭਗਤੀ ਦੇ ਵਿੱਚ ਲੰਘਦਾ ਆ, ਸਮਾਧੀ ਦੇ ਵਿੱਚ ਲੰਘਦਾ ਆ ਤੇ ਨਾਲ ਹੀ ਉਹ ਗੁਰੂ ਘਰ ਦੀ ਸੇਵਾ ਕਰਦੇ ਨੇ। ਲੋਕਾਂ ਦੇ ਵਿੱਚ ਬਹੁਤ ਘੱਟ ਵਿਚਰਦੇ ਨੇ, ਬਹੁਤ ਘੱਟ ਲੋਕ ਜਿਹੜੇ ਨੇ ਉਹਨਾਂ ਦੇ ਦਰਸ਼ਨ ਕਰ ਪਾਉਂਦੇ ਨੇ ਉਸ ਟਾਈਮ ਤੇ। ਸੋ ਅਗਲੇ ਜਿਹੜੇ 20 ਸਾਲ ਨੇ ਉਹ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜਿਹੜਾ ਹੈ ਉਹ ਬਤੀਤ ਹੋਇਆ। ਇਹਨਾਂ 20 ਸਾਲਾਂ ਦੇ ਵਿੱਚ ਜਿਹੜਾ ਸਮਾਂ ਹੈ ਉਹ ਕਾਫੀ ਬਦਲ ਗਿਆ ਸੀ। ਹੁਣ ਦਿੱਲੀ ਦੇ ਵਿੱਚ ਜਿਹੜਾ ਮੁਗਲ ਸ਼ਾਸਕ ਸੀ ਉਹ ਸ਼ਾਹਜਹਾਨ ਨਹੀਂ ਸੀ, ਸ਼ਾਹਜਹਾਨ ਦਾ ਅੱਗੇ ਬੇਟਾ ਸੀ ਔਰੰਗਜ਼ੇਬ। ਸੋ ਔਰੰਗਜ਼ੇਬ ਜਿਹੜਾ ਆ ਇਸਲਾਮ ਨੂੰ ਵਧਾਉਣ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਜਬਰੀ ਜਿਹੜਾ ਆ ਉਹ ਇਸਲਾਮ ਦੇ ਵਿੱਚ ਕਨਵਰਟ ਕਰਾ ਰਿਹਾ ਸੀ। ਗੁਰੂ ਹਰ ਰਾਏ ਜੀ ਨੂੰ ਵੀ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਬੁਲਾਇਆ ਤਾਂ ਕਿ ਉਹਨਾਂ ਦਾ ਜਿਹੜਾ ਧਰਮ ਆ ਉਹਨੂੰ ਕਨਵਰਟ ਕਰਕੇ ਇਸਲਾਮ ਦੇ ਵਿੱਚ ਕਨਵਰਟ ਕਰ ਸਕਣ। ਸੋ ਉਸ ਟਾਈਮ ਦੇ ਉੱਪਰ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਵੱਡੇ ਬੇਟੇ ਸੀ ਜਿਹੜੇ ਰਾਮ ਰਾਏ ਜੀ, ਗੁਰੂ ਹਰ ਰਾਏ ਜੀ ਦੇ ਦੋ ਬੇਟੇ ਸਨ, ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ। ਸੋ ਗੁਰੂ ਹਰ ਰਾਏ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਔਰੰਗਜ਼ੇਬ ਦੇ ਕੋਲ, ਬਟ ਰਾਮ ਰਾਏ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਤੁਕਾਂ ਸੀ ਉਹਨਾਂ ਨੂੰ ਮਿਸ ਇੰਟਰਪ੍ਰੇਟ ਕਰਕੇ ਉਹਨਾਂ ਦਾ ਗਲਤ ਜਿਹੜਾ ਮਤਲਬ ਆ ਉਹ ਕੱਢ ਕੇ ਔਰੰਗਜ਼ੇਬ ਨੂੰ ਖੁਸ਼ ਕੀਤਾ। ਸੋ ਇਸੇ ਤੇ ਹੀ ਗੁਰੂ ਹਰ ਰਾਏ ਜੀ ਆਪਣੇ ਵੱਡੇ ਬੇਟੇ ਤੋਂ ਬਹੁਤ ਨਿਰਾਸ਼ ਸਨ। ਸੋ ਇਸੇ ਕਰਕੇ ਹੀ ਗੁਰੂ ਹਰ ਰਾਏ ਜੀ ਨੇ ਆਪਣੇ ਛੋਟੇ ਬੇਟੇ ਨੂੰ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦਾ ਜਿਹੜਾ ਵਾਰਿਸ ਆ ਉਹ ਨਿਯੁਕਤ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਹੁਤ ਹੀ ਛੋਟੀ ਉਮਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਹੀ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸਨ। ਸੋ ਇਸੇ ਚੀਜ਼ ਦਾ ਹੀ ਫਾਇਦਾ ਚੁੱਕਣ ਦੀ ਕੋਸ਼ਿਸ਼ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਕਿ ਉਹਨਾਂ ਦੇ ਨਾਲ ਸਵਾਲ ਜਵਾਬ ਕਰਕੇ ਜਾਂ ਉਹਨਾਂ ਨੂੰ ਉਲਝਾ ਕੇ ਉਹਨਾਂ ਦਾ ਜਿਹੜਾ ਧਰਮ ਆ ਉਹਨੂੰ ਇਸਲਾਮ ਦੇ ਵਿੱਚ ਕਨਵਰਟ ਕੀਤਾ ਜਾ ਸਕੇ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਦਿੱਲੀ ਗਏ, ਬਟ ਜਿਹੜਾ ਔਰੰਗਜ਼ੇਬ ਦਾ ਮੋਟਿਵ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਉਲਝਾ ਲਾਂਗੇ। ਸੋ ਇਹਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਭਾਵੇਂ ਛੋਟੀ ਸੀ ਬਟ ਜਿਹੜਾ ਤਰਕ ਦੇ ਵਿੱਚ ਆ ਉਹ ਔਰੰਗਜ਼ੇਬ ਜਿੱਤ ਨਾ ਸਕਿਆ। ਸੋ ਦਿੱਲੀ ਰਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਮਾਲ ਪੌਕਸ ਹੋ ਗਿਆ। ਸੋ ਚੇਚਕ ਦੀ ਜਿਹੜੀ ਬਿਮਾਰੀ ਉਹ ਦਿੱਲੀ ਦੇ ਵਿੱਚ ਕਾਫੀ ਫੈਲੀ ਸੀ, ਉਹਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਗੁਰਗੱਦੀ ਦਾ ਜਿਹੜਾ ਵਾਰਿਸ ਸੀ ਉਹਨੂੰ ਨਿਯੁਕਤ ਕਰਨਾ ਸੀ। ਸੋ ਉਹਨਾਂ ਨੇ ਸਿਰਫ ਇੰਨੇ ਸ਼ਬਦ ਕਹਿ ਕਿ ਬਾਬਾ ਬਕਾਲਾ, ਕਿ ਜਿਹੜੇ ਗੁਰਗੱਦੀ ਦੇ ਵਾਰਿਸ ਨੇ ਅਗਲੇ ਉਹ ਬਾਬਾ ਬਕਾਲਾ ਦੇ ਵਿੱਚ ਰਹਿ ਰਹੇ ਨੇ। ਸੋ ਬਾਬਾ ਬਕਾਲਾ ਦਾ ਨਾਮ ਸੁਣ ਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਾਬਾ ਬਕਾਲਾ ਸਾਹਿਬ ਆ ਕੇ ਰਹਿਣ ਲੱਗ ਪਏ ਤੇ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰਕੇ ਬੈਠ ਗਏ। ਇਹਦੇ ਵਿੱਚ ਹੀ ਬਾਬਾ ਗੁਰਦਿੱਤਾ ਜੀ ਦੇ ਜਿਹੜੇ ਵੱਡੇ ਬੇਟੇ ਸੀ ਧੀਰਮਲ, ਇਹ ਵੀ ਬਾਬਾ ਬਕਾਲਾ ਸਾਹਿਬ ਆ ਕੇ ਬਹਿ ਗਏ ਤੇ ਇਹਨਾਂ ਨੇ ਵੀ ਕਿਹਾ ਕਿ ਮੈਂ ਹੀ ਆ ਸਿੱਖਾਂ ਦਾ ਅਗਲਾ ਗੁਰੂ, ਕਿਉਂਕਿ ਮੇਰੇ ਕੋਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਜਿਹੜੀ ਕਾਪੀ ਆ ਮੇਰੇ ਕੋਲ ਹੀ ਆ, ਹਸਤ ਲਿਖਤ ਆ। ਸੋ ਉਸ ਟਾਈਮ ਦੇ ਉੱਪਰ 20 ਤੋਂ 22 ਲੋਕ ਨੇ ਜਿਹੜੇ ਉਹ ਆਪਣੇ ਆਪ ਨੂੰ ਗੁਰੂ ਮੰਨ ਕੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਰਹਿ ਰਹੇ ਸੀ। ਸੋ ਇੰਨਾ ਕੁਝ ਹੁੰਦਿਆਂ ਵੀ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਉਹ ਆਪਣੀ ਸਮਾਧੀ ਦੇ ਵਿੱਚ ਲੀਨ ਨੇ। ਸੋ ਉਹਨਾਂ ਦੇ ਕੋਲ ਭਾਈ ਗੁਰਦਿੱਤਾ ਜੀ ਆਉਂਦੇ ਨੇ ਜਿਹੜੇ ਕਿ ਹੈੱਡ ਗ੍ਰੰਥੀ ਸੀ ਉਸ ਟਾਈਮ ਤੇ। ਸੋ ਉਹ ਆ ਕੇ ਇਹਨਾਂ ਨੂੰ ਬੇਨਤੀ ਕਰਦੇ ਨੇ, ਮੱਥਾ ਟੇਕਦੇ ਨੇ ਕਿ ਉਹਨਾਂ ਨੂੰ ਇਹ ਜ਼ਿੰਮੇਵਾਰੀ ਲਾਈ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿ ਆਪ ਜੀ ਨੂੰ ਗੁਰਗੱਦੀ ਜਿਹੜੀ ਆ ਉਹ ਸੌਂਪਣੀ, ਆਪ ਜੀ ਨੂੰ ਗੁਰਗੱਦੀ ਦਾ ਵਾਰਿਸ ਜਿਹੜਾ ਹੈ ਘੋਸ਼ਿਤ ਕਰਨਾ ਆ। ਸੋ ਇਹਨੇ ਤੇ ਭਾਈ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਅੱਗੇ 5 ਪੈਸੇ ਤੇ ਨਾਰੀਅਲ ਚੜਾ ਕੇ ਉਹਨਾਂ ਨੂੰ ਮੱਥਾ ਟੇਕਦੇ ਨੇ। ਸੋ ਇੱਥੇ ਗੁਰੂ ਤੇਗ ਬਹਾਦਰ ਜੀ ਭਾਈ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਇਹ ਰਿਸਪੌਂਸਿਬਿਲਟੀ ਜਿਹੜੀ ਹੈ, ਜ਼ਿੰਮੇਵਾਰੀ ਜਿਹੜੀ ਮੈਨੂੰ ਦਿੱਤੀ ਆ ਇਹ ਮੈਨੂੰ ਕਬੂਲ ਆ, ਬਟ ਤੁਸੀਂ ਜਿਹੜੀ ਅਨਾਉਂਸਮੈਂਟ ਆ ਜਿਹੜਾ ਲੋਕਾਂ ਦੇ ਵਿੱਚ ਦੱਸਣਾ ਆ ਕਿ ਅਗਲੇ ਗੁਰੂ ਜਿਹੜੇ ਸਿੱਖਾਂ ਦੇ ਨੇ ਉਹ ਗੁਰੂ ਤੇਗ ਬਹਾਦਰ ਨੇ, ਇਹਨੂੰ ਕੁਝ ਸਮਾਂ ਵਾਸਤੇ ਲੋਕਾਂ ਦੇ ਵਿੱਚ ਨਾ ਪ੍ਰਚਾਰ ਕਰਿਓ। ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਮਾਤਾ ਨੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਗੁਰੂ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣਾ। ਸੋ ਲੋਕ ਜਿਹੜੇ ਨੇ ਕਨਫਿਊਜ਼ ਨੇ ਕਿ ਕਿਹੜੇ ਗੁਰੂ ਨੇ ਉਹਨਾਂ ਦੇ। ਸੋ ਆਪਣੀ ਸੰਗਤ ਨੂੰ ਜਿਹੜਾ ਹੈ ਉਹ ਸਿੱਧੇ ਰਾਹ ਤੇ ਪਾਓ। ਸੰਗਤ ਜਿਹੜੀ ਆ ਉਹ ਗੁਆਚੀ ਫਿਰਦੀ ਆ, ਉਹਨਾਂ ਨੂੰ ਆਪਣਾ ਗੁਰੂ ਨਹੀਂ ਲੱਭ ਰਿਹਾ। ਸੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹਦਾ ਸਮਾਂ ਅਜੇ ਨਹੀਂ ਆਇਆ, ਜਦੋਂ ਇਹਦਾ ਸਮਾਂ ਆਊਗਾ ਤਾਂ ਸੱਚ ਨੂੰ ਜਿਹੜਾ ਆ ਜਾਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸੋ ਇਹ ਕਹਿ ਕੇ ਗੁਰੂ ਤੇਗ ਬਹਾਦਰ ਜੀ ਫਿਰ ਆਪਣੀ ਜਿਹੜੀ ਸਮਾਧੀ ਦੇ ਵਿੱਚ ਲੀਨ ਹੋ ਜਾਂਦੇ ਨੇ, ਆਪਣੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਨੇ।
ਸੋ ਇਸ ਤੋਂ ਬਾਅਦ ਭਾਈ ਮੱਖਣ ਸ਼ਾਹ ਲੁਬਾਣਾ ਦਾ ਜਿਹੜਾ ਜ਼ਿਕਰ ਆ ਗੁਰੂ ਸਾਹਿਬ ਦੀ ਜੀਵਨੀ ਦੇ ਵਿੱਚ ਆਉਂਦਾ ਆ ਕਿ ਮੱਖਣ ਸ਼ਾਹ ਲੁਬਾਣਾ ਇੱਕ ਮਰਚੈਂਟ ਹੁੰਦਾ ਆ, ਗੁਜਰਾਤ ਦਾ ਮੰਨਿਆ ਜਾਂਦਾ ਹੈ ਕਿ ਮਰਚੈਂਟ ਆ। ਉਹ ਆਪਣੀ ਬੇੜੀ ਲੈ ਕੇ ਜਾ ਰਿਹਾ ਹੁੰਦਾ ਆ, ਸੂਰਤ ਸ਼ਹਿਰ ਦੇ ਕਿਨਾਰੇ ਦੇ ਉੱਤੇ ਕਿਤੇ ਜਾ ਰਿਹਾ ਹੁੰਦਾ। ਸੋ ਉੱਥੇ ਜਿਹੜਾ ਆ ਤੂਫਾਨ ਆ ਜਾਂਦਾ ਆ ਤੇ ਬੇੜੀ ਚਲਾਉਣ ਵਾਲਾ ਜਿਹੜਾ ਮਲਾਹ ਹੁੰਦਾ ਆ ਉਹ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਕਹਿੰਦਾ ਹੈ ਕਿ ਇਹ ਬੇੜੀ ਤਾਂ ਅੱਜ ਨਹੀਂ ਬਚਦੀ, ਤੁਸੀਂ ਕੁਝ ਵੀ ਕਰ ਲਓ, ਇਹ ਬੇੜੀ ਅੱਜ ਡੁੱਬਣ ਵਾਲੀ ਆ। ਇਸ ਤੇ ਭਾਈ ਮੱਖਣ ਸ਼ਾਹ ਲੁਬਾਣਾ ਜਪਜੀ ਸਾਹਿਬ ਦਾ ਪਾਠ ਕਰਦਾ ਆ ਤੇ ਨਾਲ ਹੀ ਅੰਤਰ ਧਿਆਨ ਹੋ ਕੇ ਅਰਦਾਸ ਕਰਦਾ ਹੈ ਕਿ ਜੇ ਮੇਰੀ ਬੇੜੀ ਅੱਜ ਡੁੱਬਣ ਤੋਂ ਬਚ ਜਾਵੇ ਤਾਂ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ 500 ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ ਉਹ ਚੜਾਉਂਗਾ। ਸੋ ਮੱਖਣ ਸ਼ਾਹ ਦੀ ਉਸ ਦਿਨ ਜਿਹੜੀ ਬੇੜੀ ਆ ਉਹ ਡੁੱਬਣ ਤੋਂ ਬਚ ਜਾਂਦੀ ਹੈ ਤੇ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲਾ ਦੀ ਧਰਤੀ ਤੇ ਆ ਕੇ 500 ਮੋਹਰਾਂ ਲੈ ਕੇ ਆਉਂਦਾ ਹੈ ਤਾਂ ਕਿ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਚੜਾ ਸਕੇ। ਸੋ ਬਾਬਾ ਬਕਾਲਾ ਸਾਹਿਬ ਆ ਕੇ ਦੇਖਦਾ ਹੈ ਕਿ ਬਹੁਤ ਸਾਰੇ ਜਿਹੜੇ ਗੁਰੂ ਨੇ ਆਪਣੇ ਆਪ ਨੂੰ ਗੁਰੂ ਕਹਿ ਰਹੇ ਨੇ। ਸੋ ਮੱਖਣ ਸ਼ਾਹ ਲੁਬਾਣਾ ਕੀ ਸੋਚਦਾ ਆ ਕਿ 500 ਮੋਹਰਾਂ ਦੀ ਜਗ੍ਹਾ ਤੇ 5-5 ਮੋਹਰਾਂ ਜਿਹੜੀਆਂ ਨੇ ਸਾਰਿਆਂ ਨੂੰ ਚੜਾਉਣੀਆਂ ਸ਼ੁਰੂ ਕਰ ਦਿੰਦਾ ਆ। ਸਾਰਿਆਂ ਦੇ ਅੱਗੇ ਜਾਂਦਾ ਆ, 5 ਮੋਹਰਾਂ ਚੜਾਉਂਦਾ ਹੈ ਤੇ ਮੱਥਾ ਟੇਕਦਾ ਆ। ਸਾਰੇ ਜਿਹੜੇ ਨੇ ਇਸੇ ਤਰ੍ਹਾਂ ਹੀ ਐਕਸੈਪਟ ਕਰੀ ਜਾਂਦੇ ਨੇ ਕਿ 5 ਮੋਹਰਾਂ ਚੜਾਈਆਂ ਨੇ ਸੋਨੇ ਦੀਆਂ। ਇਸੇ ਤਰ੍ਹਾਂ ਹੀ ਧੀਰਮਲ ਦੇ ਅੱਗੇ ਵੀ ਜਾਂਦਾ ਆ, ਧੀਰਮਲ ਵੀ ਜਿਹੜਾ 5 ਮੋਹਰਾਂ ਐਕਸੈਪਟ ਕਰ ਲੈਂਦਾ ਆ। ਸੋ ਇਸ ਤੋਂ ਬਾਅਦ ਅਖੀਰ ਦੇ ਵਿੱਚ ਉਹ ਗੁਰੂ ਤੇਗ ਬਹਾਦਰ ਜੀ ਦੇ ਪਾਸ ਜਾਂਦਾ ਆ ਤੇ ਉਹਨਾਂ ਨੂੰ 5 ਮੋਹਰਾਂ ਚੜਾ ਕੇ ਮੱਥਾ ਟੇਕਦਾ ਆ ਤੇ ਵਾਪਸ ਆਉਣ ਲੱਗਦਾ ਆ। ਤਾਂ ਉੱਤੇ ਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਲੁਬਾਣਾ ਨੂੰ ਕਹਿੰਦੇ ਨੇ ਕਿ ਤੂੰ ਤਾਂ 500 ਮੋਹਰਾਂ ਕਿਹਾ ਸੀ, ਤੂੰ ਹੁਣ 5 ਚੜਾ ਕੇ ਵਾਪਸ ਮੁੜ ਚੱਲਿਆ ਆ। ਸੋ ਇੰਨਾ ਸੁਣ ਕੇ ਉਹ ਜਿਹੜਾ ਆ ਉਹ ਬਹੁਤ ਹੈਰਾਨ ਹੁੰਦਾ ਹੈ ਕਿ 500 ਮੋਹਰਾਂ ਤਾਂ ਮੈਂ ਆਪਣੇ ਮਨ ਦੇ ਵਿੱਚ ਸੋਚੀਆਂ ਸੀ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਸੋ ਮੱਥਾ ਟੇਕਦਾ ਹੈ, 500 ਮੋਹਰਾਂ ਚੜਾਉਂਦਾ ਆ ਤੇ ਸਾਰੇ ਲੋਕਾਂ ਦੇ ਵਿੱਚ ਜਿਹੜਾ ਆ ਐਲਾਨ ਕਰ ਦਿੰਦਾ ਹੈ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕਿ ਮੈਨੂੰ ਜਿਹੜਾ ਅਸਲੀ ਗੁਰੂ ਆ ਉਹ ਲੱਭ ਗਿਆ ਆ। ਸੋ ਇਸ ਤੇ ਪਬਲਿਕ ਹੋ ਜਾਂਦਾ, ਅਨਾਉਂਸਮੈਂਟ ਹੋ ਜਾਂਦੀ ਹੈ ਕਿ ਸਿੱਖਾਂ ਦੇ ਜਿਹੜੇ 9ਵੇਂ ਗੁਰੂ ਨੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ। ਸੋ ਇਹ ਜਿਹੜੀ ਤਰੀਕ ਸੀ ਇਹ ਸੀ ਮਾਰਚ 20 1665 ਜਿਹੜੀ ਸਨ ਸੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਜਿਹੜੇ ਸੀ ਗੁਰਗੱਦੀ ਤੇ ਬੈਠੇ ਸੀ। ਉਹਦੇ ਬਾਅਦ ਇਹਨਾਂ ਦੇ ਜਿਹੜੇ ਫਾਲੋਅਰ ਸੀ ਉਹ ਨਾਲ ਜੁੜਦੇ ਗਏ ਤੇ ਗੁਰੂ ਸਾਹਿਬ ਨੇ ਜਿਹੜੇ ਧਰਮ ਦਾ ਪ੍ਰਚਾਰ ਹੈ ਉਹ ਸ਼ੁਰੂ ਕੀਤਾ। ਹੁਣ ਜਦੋਂ ਇਹ ਪਬਲਿਕ ਹੋ ਗਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਅਗਲੇ ਗੁਰੂ ਸੀ ਤਾਂ ਧੀਰਮਲ ਸੀ ਜੋ ਬਾਬਾ ਗੁਰਦਿੱਤਾ ਜੀ ਦੇ ਵੱਡੇ ਬੇਟੇ, ਸੋ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਤੇ ਹਮਲਾ ਕਰ ਦਿੱਤਾ ਕਿਉਂਕਿ ਉਹਨਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਰੀਜਨਲ ਕਾਪੀ ਸੀ ਤੇ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਹੋਰ ਜਿਹੜਾ ਆ ਗੁਰਗੱਦੀ ਤੇ ਬੈਠੇ। ਸੋ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਤੇ ਹਮਲਾ ਕਰ ਦਿੱਤਾ, ਗੋਲੀ ਵੀ ਚਲਾਈ ਜਿਹੜੀ ਕਿ ਗੁਰੂ ਸਾਹਿਬ ਦੇ ਨਾਲ ਖਹਿ ਕੇ ਲੰਘ ਗਈ। ਸੋ ਇਹ ਖਬਰ ਜਦੋਂ ਮੱਖਣ ਸ਼ਾਹ ਲੁਬਾਣਾ ਦੇ ਕੋਲ ਪਹੁੰਚੀ ਤਾਂ ਮੱਖਣ ਸ਼ਾਹ ਲੁਬਾਣਾ ਨੇ ਆਪਣੇ ਬੰਦੇ ਲੈ ਕੇ ਧੀਰਮਲ ਨੂੰ ਬੰਦੀ ਬਣਾ ਲਿਆ ਤੇ ਬੰਦੀ ਬਣਾ ਕੇ ਗੁਰੂ ਸਾਹਿਬ ਦੇ ਕੋਲ ਲੈ ਆਇਆ ਤੇ ਨਾਲ ਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਅਸਲੀ ਜਿਹੜੀ ਕਾਪੀ ਸੀ, ਓਰੀਜਨਲ ਜਿਹੜੀ ਕਾਪੀ ਸੀ, ਉਹ ਵੀ ਧੀਰਮਲ ਦੇ ਕੋਲੋਂ ਖੋਹ ਕੇ ਗੁਰੂ ਸਾਹਿਬ ਨੂੰ ਦੇ ਦਿੱਤੀ। ਤੇ ਇੱਥੇ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਦੱਸੋ ਕਿਹੜੀ ਸਜ਼ਾ ਦੇਣੀ ਹੈ ਧੀਰਮਲ ਨੂੰ। ਤਾਂ ਇੱਥੇ ਗੁਰੂ ਸਾਹਿਬ ਨੇ ਧੀਰਮਲ ਨੂੰ ਕੋਈ ਸਜ਼ਾ ਨਹੀਂ ਦਿੱਤੀ, ਧੀਰਮਲ ਨੂੰ ਮਾਫ ਕਰ ਦਿੱਤਾ। ਸੋ ਇਹ ਬੜੀ ਵੱਡੀ ਗੱਲ ਹੈ। ਗੁਰੂ ਸਾਹਿਬ ਦੀਆਂ ਜਿਹੜੀਆਂ ਸਾਖੀਆਂ ਨੇ ਇਹਨਾਂ ਤੋਂ ਸਾਨੂੰ ਸਿੱਖਣੀ ਵੀ ਚਾਹੀਦੀ ਹੈ ਕਿ ਜਿਹੜਾ ਬਦਲਾ ਆ ਉਹ ਲੈਣ ਦੀ ਭਾਵਨਾ ਸਾਡੇ ਵਿੱਚ ਨਹੀਂ ਹੋਣੀ ਚਾਹੀਦੀ। ਸੋ ਇੱਕ ਧੀਰਮਲ ਗੋਲੀ ਚਲਾ ਰਿਹਾ ਹੈ ਗੁਰੂ ਸਾਹਿਬ ਤੇ ਗੁਰੂ ਸਾਹਿਬ ਉਹਨੂੰ ਮਾਫ ਕਰ ਦਿੰਦੇ ਨੇ। ਸੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਕੀਤੀਆਂ ਸੀ, 4 ਉਦਾਸੀਆਂ ਕੀਤੀਆਂ ਸੀ, ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਨੇ ਵੀ ਬਹੁਤ ਸਾਰੇ ਸ਼ਹਿਰਾਂ ਦੀ ਯਾਤਰਾ ਕੀਤੀ ਹੈ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੋਕਾਂ ਦਾ ਜਿਹੜਾ ਸੁਧਾਰ ਹੈ ਉਹ ਕੀਤਾ ਆ। ਸੋ ਸਨ 1665 ਤੋਂ ਬਾਅਦ ਗੁਰੂ ਸਾਹਿਬ ਆਪਣੇ ਨਾਲ ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰੀ ਜੀ ਨੂੰ ਤੇ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ। ਪਰ ਜਦੋਂ ਉੱਥੋਂ ਦੇ ਪੁਜਾਰੀਆਂ ਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਆ ਰਹੇ ਨੇ ਤਾਂ ਉਹਨਾਂ ਨੇ ਦਰਵਾਜ਼ੇ ਜਿਹੜੇ ਨੇ ਉਹ ਬੰਦ ਕਰ ਲਏ ਕਿ ਉਹਨਾਂ ਦੀ ਜਿਹੜੀਆਂ ਗੋਲਕਾਂ ਨੇ ਉਹਨਾਂ ਤੇ ਕਬਜ਼ਾ ਨਾ ਕਰ ਲੈਣ। ਸੋ ਮੱਖਣ ਸ਼ਾਹ ਲੁਬਾਣਾ ਨੇ ਇੱਥੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਹੁਕਮ ਦਿਓ ਤਾਂ ਕਿ ਇਹ ਜਿਹੜੇ ਦਰਵਾਜ਼ੇ ਨੇ ਅਸੀਂ ਜ਼ਬਰਦਸਤੀ ਖੁਲਵਾ ਲਈਏ। ਬਟ ਗੁਰੂ ਤੇਗ ਬਹਾਦਰ ਜੀ ਨੇ ਇਹਦੀ ਸਹਿਮਤੀ ਨਹੀਂ ਦਿੱਤੀ ਤੇ ਮੱਖਣ ਸ਼ਾਹ ਲੁਬਾਣਾ ਦੇ ਨਾਲ ਅਕਾਲ ਤਖਤ ਦੇ ਕੋਲ ਦਰਖਤ ਦੇ ਥੱਲੇ ਬਹਿ ਕੇ ਭਗਤੀ ਕਰਕੇ ਵਾਪਸ ਮੁੜ ਆਏ। ਜਦੋਂ ਇਹ ਖਬਰ ਜਿਹੜੀ ਹੈ ਸਿੱਖਾਂ ਨੂੰ ਪਤਾ ਲੱਗੀ ਕਿ ਗੁਰੂ ਤੇਗ ਬਹਾਦਰ ਜੀ ਹਰਿਮੰਦਰ ਸਾਹਿਬ ਦੇ ਬਾਹਰੋਂ ਹੀ ਮੁੜ ਗਏ ਨੇ ਤਾਂ ਸਿੱਖ ਸੰਗਤਾਂ ਜਿਹੜੀਆਂ ਨੇ ਹਰਿਮੰਦਰ ਸਾਹਿਬ ਵੱਲ ਗਈਆਂ। ਸੋ ਸਿੱਖ ਸੰਗਤਾਂ ਨੂੰ ਆਉਂਦਿਆਂ ਦੇਖ ਕੇ ਜਿਹੜੇ ਉੱਥੇ ਹਰਜੀ ਸੋਢੀ ਸੀ, ਜਿਹੜੇ ਆਪਣੇ ਆਪ ਨੂੰ ਮੁੱਖ ਗ੍ਰੰਥੀ ਜਿਹੜੇ ਸਥਾਪਿਤ ਕਰਕੇ ਬੈਠੇ ਸੀ, ਉਹਨਾਂ ਨੇ ਹਰਿਮੰਦਰ ਸਾਹਿਬ ਦੇ ਗੇਟ ਖੋਲ ਦਿੱਤੇ ਤੇ ਇਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਜਿਹੜੀ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਜਿਹੜੀ ਤਾਂਘ ਹੈ ਉਹ ਵੱਧਦੀ ਗਈ। ਸੋ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਵੀ ਲੋਕਾਂ ਦੇ ਵਿੱਚ ਵਿਚਰਦੇ, ਉਹਨਾਂ ਨੂੰ ਉਪਦੇਸ਼ ਦਿੰਦੇ ਤੇ ਵੱਖਰੇ ਵੱਖਰੇ ਥਾਵਾਂ ਦੀਆਂ ਯਾਤਰਾ ਕਰਦੇ। ਕੀਰਤਪੁਰ ਰਹਿੰਦਿਆਂ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਪ੍ਰਚਾਰ ਨੂੰ ਹੋਰ ਵਧਾਉਣ ਵਾਸਤੇ ਇੱਕ ਨਵਾਂ ਜਿਹੜਾ ਰਿਲੀਜੀਅਸ ਸੈਂਟਰ ਹੈ ਉਹ ਬਣਾਉਣ ਦੀ ਸੋਚੀ ਤੇ ਕੁਝ ਜ਼ਮੀਨ ਜਿਹੜੀ ਆ ਮੱਖੋਵਾਲ ਪਿੰਡ ਦੀ ਉਹ ਖਰੀਦੀ ਜਿਹੜੀ ਕਿ ਕੀਰਤਪੁਰ ਤੋਂ 5 ਮੀਲ ਦੂਰ ਸੀ। ਸੋ ਉਹਦਾ ਜਿਹੜਾ ਨਾਮ ਆ ਗੁਰੂ ਸਾਹਿਬ ਨੇ ਚੱਕ ਨਾਨਕੀ ਰੱਖਿਆ, ਜਿਹੜਾ ਕਿ ਬਾਅਦ ਦੇ ਵਿੱਚ ਆਨੰਦਪੁਰ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਜਿੱਥੇ ਕਿ ਖਾਲਸਾ ਪੰਥ ਦੀ ਜਿਹੜੀ ਸਾਜਨਾ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਸੋ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ ਸੀ, ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਨੇ ਵੀ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੀਆਂ ਯਾਤਰਾ ਕੀਤੀਆਂ ਨੇ। ਸੋ 1665 ਦੇ ਵਿੱਚ ਗੁਰੂ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ,
ਮਾਤਾ ਗੁਜਰੀ ਜੀ ਨੂੰ ਲੈ ਕੇ। ਉਹਨਾਂ ਦੇ ਨਾਲ ਸਨ ਭਾਈ ਦਿਆਲ ਦਾਸ ਜੀ, ਮਤੀ ਦਾਸ ਜੀ, ਸਤੀ ਦਾਸ ਜੀ ਤੇ ਕਿਰਪਾਲ ਚੰਦ ਜੀ। ਸੋ ਉਹਨਾਂ ਨੇ ਰੋਪੜ ਤੋਂ ਸ਼ੁਰੂ ਕਰਕੇ ਬਹੁਤ ਸਾਰੇ ਸ਼ਹਿਰਾਂ ਦੀਆਂ ਯਾਤਰਾ ਕੀਤੀਆਂ। ਰੋਪੜ ਤੋਂ ਲੈ ਕੇ ਸੈਫਾਬਾਦ, ਕੁਰਕਸ਼ੇਤਰ, ਦਿੱਲੀ ਪਹੁੰਚੇ, ਫਿਰ ਆਗਰਾ ਪਹੁੰਚੇ। ਆਗਰਾ ਤੋਂ ਬਾਅਦ ਇਲਾਹਾਬਾਦ, ਫਿਰ ਇਟਾਵਾ, ਕਾਨਪੁਰ, ਫਤਿਹਪੁਰ, ਉਸ ਤੋਂ ਬਾਅਦ ਬਨਾਰਸ ਪਹੁੰਚੇ। ਬਨਾਰਸ ਤੋਂ ਬਾਅਦ ਬੋਧ ਗਇਆ ਤੋਂ ਬਾਅਦ ਪਟਨਾ ਪਹੁੰਚੇ। ਸੋ ਪਟਨਾ ਸਾਹਿਬ ਪਹੁੰਚ ਕੇ ਕੁਝ ਟਾਈਮ ਵਾਸਤੇ ਉੱਥੇ ਰਹੇ। ਸੋ ਜਦੋਂ ਗੁਰੂ ਤੇਗ ਬਹਾਦਰ ਜੀ ਪਰਿਵਾਰ ਦੇ ਨਾਲ ਪਟਨਾ ਸਾਹਿਬ ਸੀ ਤਾਂ ਉੱਥੇ ਹੀ ਉਹਨਾਂ ਨੂੰ ਢਾਕਾ ਦੇ ਜਿਹੜੇ ਸਿੱਖ ਸੰਗਤ ਆ ਉਹਨਾਂ ਵੱਲੋਂ ਬੇਨਤੀਆਂ ਪ੍ਰਾਪਤ ਹੋਈਆਂ। ਸੋ ਪਰਿਵਾਰ ਨੂੰ ਪਟਨਾ ਸਾਹਿਬ ਦੇ ਵਿੱਚ ਹੀ ਛੱਡ ਕੇ ਆਪ ਗੁਰੂ ਤੇਗ ਬਹਾਦਰ ਜੀ ਢਾਕਾ ਵੱਲ ਨੂੰ ਰਵਾਨਾ ਹੋਏ। ਸੋ ਪਟਨਾ ਸਾਹਿਬ ਤੋਂ ਬੰਗਾਲ, ਅਸਾਮ ਤੇ ਢਾਕਾ ਦੀ ਜਿਹੜੀ ਆ ਉਹ ਗੁਰੂ ਤੇਗ ਬਹਾਦਰ ਜੀ ਨੇ ਯਾਤਰਾ ਕੀਤੀ। ਗੁਰੂ ਤੇਗ ਬਹਾਦਰ ਜੀ ਇੱਥੇ 1666 ਈਸਵੀ ਦੇ ਵਿੱਚ ਢਾਕਾ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਕਿ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਆ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜਿਹੜਾ ਆ 1666 ਦੇ ਵਿੱਚ ਹੋਇਆ ਤੇ ਉਸ ਟਾਈਮ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਦੀ ਉਮਰ ਜਿਹੜੀ ਸੀ ਉਹ 45 ਸਾਲ ਸੀ ਤੇ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਨੂੰ ਦੇਖਣ ਲਈ ਵਾਪਸ ਪਟਨਾ ਸਾਹਿਬ ਨਹੀਂ ਗਏ। ਸੋ ਪੁੱਤਰ ਦੇ ਜਨਮ ਦੀ ਖਬਰ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਧਰਮ ਪ੍ਰਚਾਰ ਦਾ ਜਿਹੜਾ ਕੰਮ ਸੀ ਉਹ ਜਾਰੀ ਰੱਖਿਆ। ਬੰਗਾਲ, ਅਸਾਮ, ਢਾਕਾ ਦੇ ਵਿੱਚ ਜਿਹੜਾ ਆ ਉਹ ਆਪਣਾ ਧਰਮ ਪ੍ਰਚਾਰ ਕਰਦੇ ਰਹੇ। ਸੋ ਸਨ 1670 ਦੇ ਵਿੱਚ ਗੁਰੂ ਸਾਹਿਬ ਅਸਾਮ ਤੋਂ ਪਟਨਾ ਵੱਲ ਨੂੰ ਰਵਾਨਾ ਹੋਏ ਤੇ ਉੱਥੇ ਜਾ ਕੇ ਉਹ ਪਹਿਲੀ ਵਾਰੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਤੇ ਕੁਝ ਸਮਾਂ ਲਈ ਉੱਥੇ ਬਤੀਤ ਕੀਤਾ। ਉਹਦੇ ਬਾਅਦ ਮੁੜ ਜਿਹੜਾ ਆ ਅਨੰਦਪੁਰ ਸਾਹਿਬ ਵਾਪਸ ਆ ਗਏ। ਇਸ ਸਮੇਂ ਦੇ ਉੱਪਰ ਔਰੰਗਜ਼ੇਬ ਦਾ ਜਿਹੜਾ ਜ਼ੁਲਮ ਸੀ ਉਹ ਬਹੁਤ ਵੱਧ ਚੁੱਕਾ ਸੀ। ਉਹ ਆਪਣੇ ਧਰਮ ਨੂੰ ਵਧਾਉਣ ਵਾਸਤੇ ਲੋਕਾਂ ਨੂੰ ਖਤਮ ਕਰ ਰਿਹਾ ਸੀ, ਹਿੰਦੂਆਂ ਨੂੰ ਖਤਮ ਕਰ ਰਿਹਾ ਸੀ ਜਾਂ ਉਹਨਾਂ ਨੂੰ ਇਸਲਾਮ ਜਿਹੜਾ ਹੈ ਉਹ ਜਬਰੀ ਕਬੂਲ ਕਰਾ ਰਿਹਾ ਸੀ। ਸੋ ਇਸੇ ਦੇ ਵਿੱਚ ਕਸ਼ਮੀਰੀ ਜਿਹੜੇ ਬ੍ਰਾਹਮਣ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਤੇ ਉਹਨਾਂ ਨੇ ਆਪਣਾ ਜਿਹੜਾ ਦੁੱਖ ਆ ਉਹ ਦੱਸਿਆ ਕਿ ਉਹਨਾਂ ਨੂੰ ਬਹੁਤ ਖਤਰਾ ਹੈ, ਉਹਨਾਂ ਦੇ ਧਰਮ ਨੂੰ ਬਹੁਤ ਖਤਰਾ ਆ। ਕੁਝ ਸਮਾਂ ਲੈਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਲਾਹ ਕੀਤੀ ਕਿ ਇਹ ਧਰਮ ਦੇ ਕੰਮ ਨੂੰ ਬਚਾਉਣ ਵਾਸਤੇ ਕਿਸੇ ਨੇਕ ਰੂਹ ਦੀ ਜਿਹੜੀ ਕੁਰਬਾਨੀ ਆ ਉਹਦੀ ਲੋੜ ਆ। ਤਾਂ ਝੱਟ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਹਾਡੇ ਤੋਂ ਵੱਧ ਜਿਹੜੀ ਨੇਕ ਰੂਹ ਆ ਉਹ ਕਿਹੜੀ ਹੋ ਸਕਦੀ ਆ। ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਾ ਹੌਸਲਾ ਹੋਰ ਬੁਲੰਦ ਹੋ ਗਿਆ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ, ਔਰੰਗਜ਼ੇਬ ਨੂੰ ਜਾ ਕੇ ਇਹ ਕਹਿ ਦਿਓ ਕਿ ਪਹਿਲਾਂ ਸਾਡੇ ਗੁਰੂ ਨੂੰ ਜਿਹੜਾ ਇਸਲਾਮ ਹੈ ਉਹ ਕਬੂਲ ਕਰਾ ਲਾ, ਉਸ ਤੋਂ ਬਾਅਦ ਅਸੀਂ ਜਿਹੜੇ ਆ ਸਾਰੇ ਇਸਲਾਮ ਜਿਹੜਾ ਕਬੂਲ ਕਰ ਲਾਂਗੇ। ਉਹਨਾਂ ਨੇ ਇਦਾਂ ਹੀ ਔਰੰਗਜ਼ੇਬ ਨੂੰ ਜਾ ਕੇ ਕਹਿ ਦਿੱਤਾ ਕਿ ਪਹਿਲਾਂ ਸਾਡੇ ਗੁਰੂ ਨੂੰ ਇਸਲਾਮ ਕਬੂਲ ਕਰਾ ਲਓ, ਅਸੀਂ ਆਪਣੇ ਆਪ ਹੀ ਸਾਰੇ ਜਿਹੜੇ ਆ ਇਸਲਾਮ ਜਿਹੜਾ ਕਬੂਲ ਕਰ ਲਾਂਗੇ। ਸੋ ਗੁਰੂ ਤੇਗ ਬਹਾਦਰ ਜੀ ਆਪਣੇ ਨਾਲ ਜਿਹੜੇ ਮੁੱਖ ਗ੍ਰੰਥੀ ਸੀ ਭਾਈ ਗੁਰਦਿੱਤਾ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਨੂੰ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋਏ। ਸੋ ਉਧਰੋਂ ਔਰੰਗਜ਼ੇਬ ਨੇ ਵੀ ਹੁਕਮ ਦੇ ਦਿੱਤਾ ਸੀ ਆਪਣੇ ਸੈਨਿਕਾਂ ਨੂੰ ਕਿ ਗੁਰੂ ਸਾਹਿਬ ਨੂੰ ਜਿਹੜਾ ਆ ਉਹ ਬੰਦੀ ਬਣਾ ਕੇ ਸਾਡੇ ਕੋਲ ਲੈ ਕੇ ਆਇਆ ਜਾਵੇ। ਸੋ ਰਾਹ ਦੇ ਵਿੱਚੋਂ ਹੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੀਆਂ ਫੌਜਾਂ ਨੇ ਬੰਦੀ ਬਣਾ ਲਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਕੋਲ ਰਹਿ ਗਏ। ਸੋ ਉੱਥੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਕੋਈ ਸ਼ਕਤੀ ਜਿਹੜੀ ਆ ਤੁਹਾਡੇ ਕੋਲੋਂ ਦਿਖਾਓ, ਕੋਈ ਚਮਤਕਾਰ ਜਿਹੜਾ ਹੈ ਉਹ ਕਰਕੇ ਦਿਖਾਓ। ਤਾਂ ਗੁਰੂ ਸਾਹਿਬ ਨੇ ਬਿਲਕੁਲ ਮਨਾ ਕਰ ਦਿੱਤਾ ਕਿ ਚਮਤਕਾਰ ਕਰਨਾ ਜਿਹੜਾ ਹੈ ਉਹ ਪ੍ਰਮਾਤਮਾ ਦੇ ਹੱਥ ਵਾਸ ਆ, ਮੈਂ ਚਮਤਕਾਰ ਕਰਕੇ ਪ੍ਰਮਾਤਮਾ ਦੇ ਕੰਮ ਦੇ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ। ਸੋ ਇੱਥੇ ਚਮਤਕਾਰ ਕਰਨ ਤੋਂ ਗੁਰੂ ਤੇਗ ਬਹਾਦਰ ਜੀ ਨੇ ਮਨਾ ਕਰ ਦਿੱਤਾ। ਸੋ ਇਹਦੇ ਉਪਰੰਤ ਜਿਹੜਾ ਆ ਗੁਰੂ ਸਾਹਿਬ ਨੂੰ ਬੰਦੀ ਬਣਾ ਲਿਆ ਤੇ ਜੇਲ੍ਹ ਦੇ ਵਿੱਚ ਰੱਖਿਆ ਗਿਆ। ਉੱਥੇ ਜੇਲ੍ਹ ਦੇ ਵਿੱਚ ਰਹਿੰਦੇ ਗੁਰੂ ਤੇਗ ਬਹਾਦਰ ਜੀ ਨੇ ਕਿਸੇ ਤਰ੍ਹਾਂ ਇੱਕ ਪੱਤਰ ਵੀ ਅਨੰਦਪੁਰ ਸਾਹਿਬ ਭੇਜਿਆ ਜਿਹਦੇ ਵਿੱਚ ਉਹਨਾਂ ਨੇ ਡਿਕਲੇਅਰ ਕੀਤਾ ਕਿ ਗੁਰਗੱਦੀ ਦਾ ਜਿਹੜਾ ਵਾਰਿਸ ਹੈ ਅਗਲੇ ਗੁਰੂ ਗੋਬਿੰਦ ਸਿੰਘ ਜੀ ਹੋਣਗੇ। ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਉਹਨਾਂ ਨੇ ਗੁਰਗੱਦੀ ਦਾ ਵਾਰਿਸ ਜਿਹੜਾ ਘੋਸ਼ਿਤ ਕਰ ਦਿੱਤਾ ਤੇ ਨਾਲ ਹੀ ਉਹਨਾਂ ਦਾ ਜਿਹੜਾ ਡਿਸੀਜਨ ਸੀ ਕਿ ਧਰਮ ਵਾਸਤੇ ਜਿਹੜੀ ਉਹ ਕੁਰਬਾਨੀ ਦੇਣ ਜਾ ਰਹੇ ਨੇ ਉਹ ਵੀ ਪੱਤਰ ਦੇ ਵਿੱਚ ਲਿਖ ਕੇ ਦੱਸਿਆ। ਉਧਰ ਔਰੰਗਜ਼ੇਬ ਜਿਹੜਾ ਆ ਤਰ੍ਹਾਂ ਦੇ ਪੈਂਤੜੇ ਅਪਣਾ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਧਰਮ ਆ ਉਹ ਕਨਵਰਟ ਕਰਾਇਆ ਜਾ ਸਕੇ। ਉਹਨਾਂ ਨੂੰ ਬਹੁਤ ਸਾਰੇ ਲਾਲਚ ਵੀ ਦਿੱਤੇ ਗਏ। ਉਹਨਾਂ ਦੇ ਸਾਹਮਣੇ ਹੀ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚਰਾਇਆ ਗਿਆ, ਭਾਈ ਸਤੀ ਦਾਸ ਜੀ ਦੇ ਟੋਟੇ ਕੀਤੇ ਗਏ, ਬਟ ਇਹਨਾਂ ਨੇ ਵੀ ਆਪਣਾ ਜਿਹੜਾ ਧਰਮ ਆ ਉਹ ਨਹੀਂ ਛੱਡਿਆ, ਇਸਲਾਮ ਜਿਹੜਾ ਆ ਕਬੂਲ ਨਹੀਂ ਕੀਤਾ। ਸੋ ਇਸ ਤੋਂ ਬਾਅਦ ਔਰੰਗਜ਼ੇਬ ਨੇ ਆਪਣਾ ਹੁਕਮ ਸੁਣਾਇਆ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਜਾਏਗਾ ਚੌਂਕ ਦੇ ਵਿੱਚ। ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਹੜਾ ਆ ਉਹ ਧੜ ਨਾਲੋਂ ਵੱਖ ਕੀਤਾ ਗਿਆ। ਗੁਰੂ ਸਾਹਿਬ ਦਾ ਸੀਸ ਜਿਹੜਾ ਆ ਭਾਈ ਜੈਤਾ ਜੀ ਉਥੋਂ ਕਿਸੇ ਤਰ੍ਹਾਂ ਲੈ ਆਏ ਤੇ ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਸੀਸ ਦਾ ਸੰਸਕਾਰ ਕੀਤਾ। ਸੋ ਅਨੰਦਪੁਰ ਸਾਹਿਬ ਦੇ ਵਿੱਚ ਵੀ ਸੀਸਗੰਜ ਗੁਰਦੁਆਰਾ ਸਾਹਿਬ ਆ, ਉੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਜਿਹੜਾ ਸੰਸਕਾਰ ਹੋਇਆ ਸੀ। ਗੁਰੂ ਸਾਹਿਬ ਦਾ ਜਿਹੜਾ ਧੜ ਸੀ ਉਹ ਲੱਖੀ ਸ਼ਾਹ ਜਿਹੜਾ ਆ ਰੈਸ਼ੀਆਣੇ ਤੋਂ ਉਹਨੇ ਆਪਣੇ ਘਰ ਦੇ ਵਿੱਚ ਧੜ ਰੱਖ ਕੇ ਆਪਣੇ ਘਰ ਨੂੰ ਹੀ ਚਿਖਾ ਬਣਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਨੂੰ ਜਿਹੜਾ ਆ ਉਹ ਬਚਾਇਆ। ਇਸੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਆ ਕਿ ਉਹਨਾਂ ਨੇ ਕਿਸੇ ਦੇ ਧਰਮ ਵਾਸਤੇ ਆਪਣੀ ਜਿਹੜੀ ਕੁਰਬਾਨੀ ਆ ਦਿੱਤੀ ਹੈ। ਸੋ ਤਿਲਕ ਤੇ ਜਨੇਊ ਦੇ ਰੱਖਿਅਕ ਵੀ ਇਹਨਾਂ ਨੂੰ ਕਿਹਾ ਜਾਂਦਾ ਆ। ਸੋ ਗੁਰੂ ਸਾਹਿਬ ਦੀ ਜੀਵਨੀ ਤੋਂ ਕਾਫੀ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ। ਕੋਈ ਖਿਮਾ ਹੋ ਗਈ ਹੋਵੇ, ਕੋਈ ਲਫ਼ਜ਼ ਗਲਤ ਵਰਤਿਆ ਗਿਆ ਹੋਵੇ ਤਾਂ ਖਿਮਾ ਦਾ ਜਾਚਕ ਆ,
ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।